ਇਮਰਾਨ ਆਪਣੀ ਘਰਵਾਲੀ ਨੂੰ ਨਫ਼ਰਤ ਕਰਦਾ ਸੀ। ਉਸਦੀ ਘਰਵਾਲੀ ਉਸਨੂੰ ਇੱਕ ਅੱਖ ਵੀ ਨਹੀਂ ਪਾਉਂਦੀ ਸੀ। ਇੱਕ ਰਾਤ ਉਸਨੇ ਆਪਣੀ ਘਰਵਾਲੀ ਨੂੰ ਬਹੁਤ ਮਾਰਨਾ ਸ਼ੁਰੂ ਕਰ ਦਿੱਤਾ। ਇੰਨਾ ਮਾਰਿਆ ਕਿ ਉਹ ਮਰ ਗਈ। ਜਦੋਂ ਉਹ ਮਰ ਗਈ ਤਾਂ ਉਹ ਬਹੁਤ ਡਰ ਗਿਆ ਸੀ। ਉਹ ਉਸਦੀ ਲਾਸ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਉਸਨੇ ਆਪਣੀ ਛੱਤ 'ਤੇ ਬਣੇ ਸਟੋਰ ਰੂਮ ਵਿੱਚ ਉਸਨੂੰ ਲੁਕੋ ਦਿੱਤਾ ਅਤੇ ਸਭ ਨੂੰ ਦੱਸ ਦਿੱਤਾ ਕਿ ਉਸਦੀ ਘਰਵਾਲੀ ਗਾਇਬ ਹੈ। ਉਹ ਉਸਨੂੰ ਲੱਭ ਰਿਹਾ ਹੈ, ਪਰ ਉਹ ਮਿਲ ਨਹੀਂ ਰਹੀ ਹੈ। ਉਸਨੇ ਇਹ ਅਫਵਾਹ ਫੈਲਾ ਦਿੱਤੀ ਕਿ ਉਸਦੀ ਘਰਵਾਲੀ ਦਾ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਸੀ ਅਤੇ ਉਹ ਉਸ ਨਾਲ ਭੱਜ ਗਈ ਹੈ। ਉਸਦੇ ਗੁੰਮ ਹੋਣ ਤੋਂ ਅਗਲੇ ਦਿਨ ਇੱਕ ਫੋਨ ਆਇਆ ਕਿ ਤੁਹਾਡੀ ਘਰਵਾਲੀ ਦੇ ਨਾਮ ਇੱਕ ਲਾਟਰੀ ਨਿਕਲੀ ਹੈ, ਜਿਸ ਵਿੱਚ ਉਸਨੇ 2 ਕਰੋੜ ਰੁਪਏ ਜਿੱਤੇ ਹਨ। ਕੂਪਨ ਕੋਡ ਲਿਆ ਕੇ ਉਹ ਆਪਣੇ ਪੈਸੇ ਲਿਜਾ ਸਕਦੇ ਹਨ। ਪਰ ਉਹ ਤਾਂ ਆਪਣੀ ਘਰਵਾਲੀ ਨੂੰ ਮਾਰ ਚੁੱਕਿਆ ਸੀ। ਹੁਣ ਉਸਨੂੰ ਆਪਣੇ ਕੀਤੇ 'ਤੇ ਬਹੁਤ ਅਫਸੋਸ ਹੋਣ ਲੱਗਿਆ। ਉਸਨੇ ਆਪਣੀ ਸੱਸ ਨੂੰ ਫੋਨ ਕੀਤਾ, ਉਹਨਾਂ ਨੂੰ ਲਾਟਰੀ ਦੇ ਬਾਰੇ ਵਿੱਚ ਦੱਸਿਆ। ਫਿਰ ਉਸਨੇ ਕੂਪਨ ਕੋਡ ਦੀ ਗੱਲ ਪੁੱਛੀ ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਉਸਨੇ ਉਹ ਲਾਟਰੀ ਲਈ ਸੀ, ਜਿਸ ਦਾ ਕੋਡ ਉਹ ਆਪਣੇ ਗਲੇ ਵਿੱਚ ਬੰਨ੍ਹੇ ਤਾਬੀਜ਼ ਵਿੱਚ ਰੱਖਦੀ ਸੀ। ਜਿਵੇਂ ਹੀ ਉਹ ਰਾਤ ਨੂੰ ਆਪਣੇ ਘਰ ਦੀ ਛੱਤ 'ਤੇ ਗਿਆ, ਜਿੱਥੇ ਉਸਨੇ ਆਪਣੀ ਘਰਵਾਲੀ ਦੀ ਲਾਸ਼ ਲੁਕੋ ਕੇ ਰੱਖੀ ਸੀ, ਉੱਥੇ ਜਾ ਕੇ ਉਸਨੇ ਜੋ ਦੇਖਿਆ, ਉਸਨੂੰ ਦੇਖ ਕੇ ਉਸਦੀ ਰੂਹ ਕੰਬ ਗਈ। ਮੇਰਾ ਨਾਂ ਇਮਰਾਨ ਹੈ ਅਤੇ ਮੈਂ ਆਪਣੇ ਮੰਮੀ, ਭੈਣ, ਭਾਈ ਦੇ ਨਾਲ ਰਹਿੰਦਾ ਹਾਂ। ਮੇਰਾ ਵਿਆਹ ਮੇਰੀ ਮੰਮੀ ਨੇ ਆਪਣੀ ਮਨਪਸੰਦ ਦੀ ਕੁੜੀ ਨਾਲ ਕਰਵਾ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਮੈਂ ਉਸ ਕੁੜੀ ਨਾਲ ਬਹੁਤ ਖੁਸ਼ ਰਹਾਂਗਾ। ਮੈਂ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦੇਖੀਆਂ ਸਨ। ਮੈਂ ਆਪਣਾ ਪੂਰਾ ਬਚਪਨ ਬਹੁਤ ਹੀ ਜ਼ਿਆਦਾ ਗਰੀਬੀ ਵਿੱਚ ਗੁਜ਼ਾਰਿਆ ਹੈ। ਸਾਡੇ ਪਾਪਾ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰੀ ਕਰਦੇ ਸਨ ਅਤੇ ਉਹਨਾਂ ਨੂੰ ਜੋ ਵੀ ਦਿਹਾੜੀ ਮਿਲਦੀ ਸੀ, ਉਸ ਨਾਲ ਸਾਡਾ ਗੁਜ਼ਾਰਾ ਹੁੰਦਾ ਸੀ। ਮੰਮੀ ਵੀ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੂਰੀ ਕੋਸ਼ਿਸ਼ ਕਰਦੀ ਸੀ। ਉਹ ਵੀ ਥੋੜ੍ਹਾ ਬਹੁਤਾ ਸਿਲਾਈ ਦਾ ਕੰਮ ਕਰਦੀ ਸੀ ਤਾਂ ਜੋ ਘਰ ਲਈ ਕੁਝ ਜੋੜ ਸਕੇ, ਪਾਪਾ ਦਾ ਹੱਥ ਵਟਾ ਸਕੇ। ਇਸੇ ਤਰ੍ਹਾਂ ਅਸੀਂ ਆਪਣਾ ਪੂਰਾ ਬਚਪਨ ਗੁਜ਼ਾਰਿਆ ਹੈ ਅਤੇ ਵੱਡੇ ਹੋਏ ਹਾਂ। ਮੈਨੂੰ ਇਹ ਗਰੀਬੀ ਦੀ ਜ਼ਿੰਦਗੀ ਬਹੁਤ ਬੁਰੀ ਲੱਗਦੀ ਸੀ। ਇੱਕ ਇੱਕ ਚੀਜ਼ ਲਈ ਬਹੁਤ ਸੋਚਣਾ ਪੈਂਦਾ ਸੀ। ਜਦੋਂ ਅਸੀਂ ਕਿਸੇ ਨੂੰ ਚੰਗੇ ਕੱਪੜੇ ਪਾਏ ਹੋਏ ਦੇਖਦੇ ਜਾਂ ਫਿਰ ਵਧੀਆ ਖਾਣਾ ਖਾਂਦੇ ਹੋਏ ਦੇਖਦੇ ਤਾਂ ਸਾਡਾ ਵੀ ਦਿਲ ਕਰਨ ਲੱਗ ਜਾਂਦਾ ਸੀ। ਮੈਂ ਸੋਚ ਲਿਆ ਸੀ ਕਿ ਮੈਂ ਇੱਕ ਅਮੀਰ ਆਦਮੀ ਬਣਾਂਗਾ ਅਤੇ ਇੱਕ ਅਮੀਰ ਕੁੜੀ ਨਾਲ ਵਿਆਹ ਕਰਾਂਗਾ। ਮੇਰੀ ਸ਼ਕਲ ਸੂਰਤ ਬਹੁਤ ਸੋਹਣੀ ਸੀ, ਪਰ ਮੇਰੀ ਜੇਬ ਖਾਲੀ ਸੀ ਅਤੇ ਮੇਰੀਆਂ ਹਰਕਤਾਂ ਅਵਾਰਾ ਮੁੰਡਿਆਂ ਵਰਗੀਆਂ ਸਨ। ਮੈਂ ਆਪਣੀ ਮਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੇਰਾ ਵਿਆਹ ਕਿਸੇ ਅਮੀਰ ਕੁੜੀ ਨਾਲ ਕਰਵਾ ਦਿਓ। ਮੰਮੀ ਇਹ ਸੁਣ ਕੇ ਪਹਿਲਾਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ, ਫਿਰ ਮੈਨੂੰ ਝਿੜਕਣ ਲੱਗੀ ਅਤੇ ਕਹਿਣ ਲੱਗੀ, ਝੌਂਪੜੀਆਂ 'ਚ ਰਹਿ ਕੇ ਮਹਿਲਾਂ ਦੇ ਸੁਪਨੇ ਨਹੀਂ ਦੇਖੀਦੇ। ਗਰੀਬ ਦੀ ਔਲਾਦ ਹੈ, ਗਰੀਬ ਬਣ ਕੇ ਹੀ ਰਹਿ। ਆਪਣੀ ਔਕਾਤ ਦੇ ਹਿਸਾਬ ਨਾਲ ਹੀ ਸੁਪਨੇ ਦੇਖ। ਆਪ ਕੁਝ ਕਰ, ਪਹਿਲਾਂ ਪੜ੍ਹ ਲਿਖ, ਅੱਗੇ ਵੱਧ, ਫਿਰ ਕਿਸੇ ਕਾਬਲ ਬਣ। ਫਿਰ ਕਿਸੇ ਅਮੀਰ ਘਰ ਦੀ ਕੁੜੀ ਨੂੰ ਆਪਣੀ ਪਤਨੀ ਬਣਾਉਣ ਬਾਰੇ ਸੋਚੀਂ। ਜੇਕਰ ਇਸੇ ਤਰ੍ਹਾਂ ਹੀ ਅਵਾਰਾ ਘੁੰਮੇਗਾ ਤਾਂ ਕਿਹੜਾ ਪਾਗਲ ਹੋਵੇਗਾ ਜੋ ਤੈਨੂੰ ਆਪਣੀ ਧੀ ਦੇਵੇਗਾ। ਮੰਮੀ ਦੀ ਗੱਲ ਹੈ ਤਾਂ ਬਿਲਕੁਲ ਠੀਕ ਸੀ, ਪਰ ਮੈਂ ਵੀ ਕਸਮ ਖਾ ਲਈ ਸੀ ਕਿ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾਂਗਾ। ਵਿਆਹ ਕਰਾਂਗਾ ਤਾਂ ਇੱਕ ਅਮੀਰ ਕੁੜੀ ਨਾਲ ਹੀ, ਜੋ ਬਹੁਤ ਪੈਸੇ ਵਾਲੀ ਹੋਵੇ, ਅਤੇ ਉਸਦੇ ਬਾਪ ਦੀ ਦੌਲਤ ਨਾਲ ਆਪਣੇ ਸੁਪਨੇ ਪੂਰੇ ਕਰਾਂਗਾ। ਫਿਰ ਮੈਂ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਜੇਬ ਤੋਂ ਜ਼ਿਆਦਾ ਸ਼ਕਲ ਸੂਰਤ ਅਤੇ ਪਹਿਰਾਵੇ 'ਤੇ ਧਿਆਨ ਦਿੰਦੀਆਂ ਹਨ। ਮੇਰੀ ਸ਼ਕਲ ਸੂਰਤ ਤਾਂ ਪਹਿਲਾਂ ਤੋਂ ਹੀ ਚੰਗੀ ਸੀ, ਬਸ ਥੋੜ੍ਹਾ ਆਪਣੇ ਆਪ ਨੂੰ ਸੁਧਾਰਨਾ ਸੀ। ਫਿਰ ਮੈਂ ਕਿਰਾਏ ਦੀ ਦੁਕਾਨ ਤੋਂ 4 ਜੋੜੀ ਕੱਪੜੇ ਉਧਾਰ ਲੈ ਲਏ, ਜਿਨ੍ਹਾਂ ਨੂੰ ਪਾ ਕੇ ਮੈਂ ਹੋਰ ਵੀ ਜ਼ਿਆਦਾ ਅਮੀਰ ਲੱਗਣ ਲੱਗਿਆ। ਮੈਨੂੰ ਦੇਖ ਕੇ ਲੋਕ ਸਮਝਦੇ ਸਨ ਕਿ ਮੈਂ ਕਿਸੇ ਅਮੀਰ ਬਾਪ ਦੀ ਇਕਲੌਤੀ ਔਲਾਦ ਹਾਂ ਅਤੇ ਮੈਂ ਇਸੇ ਤਰ੍ਹਾਂ ਯੂਨੀਵਰਸਿਟੀ ਜਾ ਕੇ ਘੁੰਮਦਾ ਫਿਰਦਾ। ਬਹੁਤ ਟਾਈਮ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਪਰ ਕੋਈ ਕੰਮ ਨਹੀਂ ਬਣਿਆ। ਕਿਸੇ ਕੁੜੀ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ, ਬਲਕਿ ਮੈਂ ਉਲਟਾ ਕਰਜ਼ੇ ਵਿੱਚ ਡੁੱਬ ਗਿਆ। ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਮੇਰਾ ਕਰਜ਼ ਉਤਾਰ ਦਿਓ, ਤਾਂ ਉਹਨਾਂ ਨੇ ਸਾਫ਼ ਮਨ੍ਹਾ ਕਰ ਦਿੱਤਾ। ਹੁਣ ਅਜਿਹੀ ਹਾਲਤ ਵਿੱਚ ਮੈਂ ਕੁਝ ਵੀ ਨਹੀਂ ਕਰ ਸਕਦਾ ਸੀ, ਤਾਂ ਮੈਨੂੰ ਆਪ ਹੀ ਛੋਟਾ-ਮੋਟਾ ਕੰਮ ਕਰਨਾ ਸੀ ਤਾਂ ਜੋ ਮੈਂ ਆਪਣਾ ਕਰਜ਼ਾ ਉਤਾਰ ਸਕਾਂ, ਕਿਉਂਕਿ ਜੇਕਰ ਮੈਂ ਕਰਜ਼ਾ ਨਾ ਉਤਾਰਿਆ ਤਾਂ ਕਰਜ਼ਾ ਦੇਣ ਵਾਲਾ ਮੇਰਾ ਬੁਰਾ ਹਾਲ ਕਰ ਦਿੰਦਾ। ਅਮੀਰ ਕੁੜੀ ਦੇ ਚੱਕਰ ਵਿੱਚ ਮੈਂ ਆਪ ਵੀ ਸੜਕ 'ਤੇ ਆ ਜਾਂਦਾ। ਫੈਸ਼ਨ ਤਾਂ ਦੂਰ ਦੀ ਗੱਲ ਹੈ, ਜੇਕਰ ਮੈਂ ਕੰਮ ਨਾ ਕਰਦਾ ਤਾਂ ਮੇਰੇ ਸਰੀਰ ਦੇ ਕੱਪੜੇ ਵੀ ਨਹੀਂ ਰਹਿੰਦੇ। ਇਸ ਲਈ ਹੁਣ ਮੈਂ ਛੋਟਾ-ਮੋਟਾ ਕੰਮ ਕਰਨ ਲੱਗਿਆ। ਰੋਜ਼ ਕੁਝ ਨਾ ਕੁਝ ਕਮਾਈ ਹੋ ਜਾਂਦੀ ਅਤੇ ਉਹ ਕਮਾਈ ਮੈਂ ਆਪਣੇ ਆਪ ਉੱਪਰ ਹੀ ਖਰਚ ਕਰਦਾ ਸੀ ਤਾਂ ਜੋ ਮੈਂ ਦੇਖਣ ਵਿੱਚ ਇੱਕ ਅਮੀਰ ਆਦਮੀ ਲੱਗ ਸਕਾਂ।
ਕਦੇ ਨਾ ਕਦੇ ਤਾਂ ਕਿਸੇ ਅਮੀਰ ਕੁੜੀ ਨਾਲ ਟੱਕਰ ਹੀ ਜਾਵਾਂਗਾ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਅਮੀਰ ਬਣਨਾ ਸੀ ਅਤੇ ਸਭ ਤੋਂ ਵੱਡਾ ਮਕਸਦ ਕਿਸੇ ਅਮੀਰ ਘਰ ਦੀ ਕੁੜੀ ਨਾਲ ਵਿਆਹ ਕਰਨਾ ਸੀ। ਮੈਂ ਦਿਨ ਰਾਤ ਇਸੇ ਸੁਪਨੇ ਨੂੰ ਪੂਰਾ ਕਰਨ ਲਈ ਮਿਹਨਤ ਕਰਦਾ ਸੀ। ਦੂਜੇ ਪਾਸੇ ਮੇਰੀ ਮੰਮੀ ਨੇ ਦੇਖਿਆ ਕਿ ਹੁਣ ਮੈਂ ਕੰਮ ਕਰਨ ਲੱਗਿਆ ਹਾਂ, ਥੋੜ੍ਹਾ ਬਹੁਤਾ ਕਮਾਉਣ ਲੱਗਿਆ ਹਾਂ। ਠੀਕ ਹੈ ਕਿ ਘਰ ਵਿੱਚ ਪੈਸੇ ਨਹੀਂ ਦਿੰਦਾ, ਪਰ ਘੱਟ ਤੋਂ ਘੱਟ ਕਮਾ ਕੇ ਆਪਣੇ ਕੋਲ ਤਾਂ ਰੱਖਦਾ ਹਾਂ। ਆਪਣੇ ਸਾਰੇ ਸ਼ੌਂਕ ਆਪਣੀ ਕਮਾਈ ਨਾਲ ਹੀ ਪੂਰੇ ਕਰਦਾ ਹਾਂ। ਤਾਂ ਮੰਮੀ ਨੇ ਇਹ ਸਮਝਿਆ ਕਿ ਮੇਰੇ ਉੱਪਰ ਸ਼ਾਇਦ ਉਹਨਾਂ ਦੀ ਨਸੀਹਤ ਦਾ ਅਸਰ ਹੋਣ ਲੱਗਿਆ ਹੈ। ਮੈਂ ਸੱਚਾਈ ਨੂੰ ਅਪਣਾ ਲਿਆ ਹੈ। ਇਸ ਲਈ ਮੰਮੀ ਨੇ ਮੇਰੇ ਲਈ ਸਾਡੇ ਬਰਾਬਰ ਦੇ ਲੋਕਾਂ ਵਿੱਚ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ। ਮੈਨੂੰ ਇਸ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀ ਕਿ ਮੰਮੀ ਮੇਰੇ ਲਈ ਕੁੜੀ ਲੱਭ ਰਹੇ ਸੀ। ਮੈਨੂੰ ਤਾਂ ਉਸ ਦਿਨ ਪਤਾ ਚੱਲਿਆ ਜਿਸ ਦਿਨ ਕੁੜੀ ਵਾਲੇ ਮੇਰੇ ਘਰ ਆ ਰਹੇ ਸਨ। ਮੈਂ ਸਵੇਰੇ ਕੰਮ 'ਤੇ ਜਾ ਰਿਹਾ ਸੀ ਤਾਂ ਮੰਮੀ ਨੇ ਮੈਨੂੰ ਕਿਹਾ, ਬੇਟੇ ਅੱਜ ਕੰਮ 'ਤੇ ਨਾ ਜਾ, ਤੈਨੂੰ ਦੇਖਣ ਕੁੜੀ ਵਾਲੇ ਆ ਰਹੇ ਹਨ। ਮੰਮੀ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ। ਤਾਂ ਇਸ ਦਾ ਮਤਲਬ ਇਹ ਸੀ ਕਿ ਮੰਮੀ ਨੇ ਕੁੜੀ ਪਸੰਦ ਕਰ ਲਈ ਹੈ ਅਤੇ ਹੁਣ ਉਹ ਮੈਨੂੰ ਦੇਖਣ ਆ ਰਹੇ ਹਨ। ਫਿਰ ਮੈਂ ਆਪਣੀ ਮੰਮੀ ਨੂੰ ਪੁੱਛਿਆ, ਤੁਸੀਂ ਕੁੜੀ ਕਦੋਂ ਅਤੇ ਕਿੱਥੇ ਦੇਖੀ? ਤਾਂ ਮੰਮੀ ਬਹੁਤ ਜ਼ੋਰ-ਜ਼ੋਰ ਨਾਲ ਹੱਸਣ ਲੱਗੀ ਅਤੇ ਕਹਿਣ ਲੱਗੀ ਕਿ 1 ਮਹੀਨੇ ਤੋਂ ਮੈਂ ਤੇਰੇ ਲਈ ਕੁੜੀ ਲੱਭ ਰਹੀ ਸੀ। ਕੋਈ 5-7 ਕੁੜੀਆਂ ਦੇਖ ਚੁੱਕੀ ਹਾਂ। ਉਹਨਾਂ ਸਾਰੀਆਂ ਵਿੱਚੋਂ ਮੈਨੂੰ ਇਹ ਕੁੜੀ ਸਭ ਤੋਂ ਜ਼ਿਆਦਾ ਪਸੰਦ ਆਈ ਹੈ। ਇਸ ਕੁੜੀ ਦੇ ਘਰ ਵਾਲੇ ਵੀ ਬਹੁਤ ਚੰਗੇ ਹਨ। ਕੁੜੀ ਵੀ ਪੜ੍ਹੀ ਲਿਖੀ ਹੈ। ਇਸ ਲਈ ਮੈਂ ਇਹਨਾਂ ਨੂੰ ਆਪਣੇ ਘਰ ਬੁਲਾ ਲਿਆ ਹੈ। ਮੰਮੀ ਨੇ ਮੈਨੂੰ ਪੂਰੀ ਡਿਟੇਲ ਵਿੱਚ ਸਮਝਾਇਆ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਕੀ ਕੁੜੀ ਅਮੀਰ ਘਰ ਦੀ ਹੈ? ਮੈਨੂੰ ਲੱਗਦਾ ਹੈ ਤੁਹਾਨੂੰ ਮੇਰੀ ਗੱਲ ਯਾਦ ਹੀ ਹੋਵੇਗੀ। ਤੁਸੀਂ ਰਿਸ਼ਤਾ ਲੱਭਦੇ ਹੋਏ ਮੇਰੀਆਂ ਗੱਲਾਂ ਦਾ ਧਿਆਨ ਰੱਖਿਆ ਹੋਵੇਗਾ। ਪਰ ਮੰਮੀ ਨੇ ਮੈਨੂੰ ਫੇਰ ਝਿੜਕ ਦਿੱਤਾ ਅਤੇ ਸਮਝਾਇਆ। ਇਸ ਤੋਂ ਪਹਿਲਾਂ ਕਿ ਮੈਂ ਮੰਮੀ ਨੂੰ ਹੋਰ ਜਵਾਬ ਦਿੰਦਾ ਜਾਂ ਮੈਂ ਉਹਨਾਂ ਨੂੰ ਕੁਝ ਸਮਝਾਉਂਦਾ, ਉਸੇ ਵੇਲੇ ਕੁੜੀ ਵਾਲੇ ਸਾਡੇ ਘਰ ਆ ਗਏ। ਮੈਂ ਗੁੱਸੇ ਨਾਲ ਆਪਣੀ ਮੰਮੀ ਵੱਲ ਵੇਖਿਆ, ਪਰ ਮੇਰੇ ਉਸ ਗੁੱਸੇ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਨੂੰ ਸਾਡਾ ਘਰ-ਬਾਰ ਬਹੁਤ ਚੰਗਾ ਲੱਗਾ ਅਤੇ ਉਹ ਹਾਂ ਕਰਕੇ ਚਲੇ ਗਏ। ਉਹਨਾਂ ਨੂੰ ਸਾਡਾ ਘਰ ਅਤੇ ਮੈਂ ਬਹੁਤ ਪਸੰਦ ਆਏ। ਮੇਰੀ ਮੰਮੀ ਤਾਂ ਖੁਸ਼ੀ ਵਿੱਚ ਨੱਚ ਰਹੀ ਸੀ, ਪਰ ਮੈਨੂੰ ਰਿਸ਼ਤਾ ਹੋਣ ਦੀ ਕੋਈ ਖੁਸ਼ੀ ਨਹੀਂ ਸੀ। ਮੈਨੂੰ ਖੁਸ਼ੀ ਤਾਂ ਹੁੰਦੀ ਜੇਕਰ ਕੁੜੀ ਕਿਸੇ ਅਮੀਰ ਘਰ ਦੀ ਹੁੰਦੀ। ਅਸਲ ਵਿੱਚ ਮੈਂ ਲਾਲਚ ਵਿੱਚ ਅੰਨਾ ਹੋ ਗਿਆ ਸੀ। ਮੈਨੂੰ ਪੈਸੇ ਤੋਂ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ। ਮੈਂ ਸਿਰਫ ਆਪਣੇ ਐਸ਼ੋ-ਆਰਾਮ ਬਾਰੇ ਸੋਚਦਾ ਸੀ। ਇਨਸਾਨੀਅਤ ਅਤੇ ਲੋਕਾਂ ਦੇ ਦਿਲ ਮੇਰੇ ਸਾਹਮਣੇ ਬਿਲਕੁਲ ਬੇਕਾਰ ਹੋ ਚੁੱਕੇ ਸਨ। ਮੈਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਪਰ ਮੇਰੀ ਮੰਮੀ ਹਾਲੇ ਲਾਲਚ ਵਿੱਚ ਅੰਨੇ ਨਹੀਂ ਹੋਏ ਸੀ। ਉਹ ਇਨਸਾਨੀਅਤ ਅਤੇ ਇਨਸਾਨਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਮਹੱਤਵ ਦਿੰਦੀ ਸੀ ਅਤੇ ਕੁੜੀ ਦੇ ਘਰ ਵਾਲੇ ਬਹੁਤ ਚੰਗੇ ਲੋਕ ਹਨ। ਇਸ ਲਈ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਵੀ ਉਸ 'ਤੇ ਕੋਈ ਅਸਰ ਨਾ ਹੋਇਆ ਅਤੇ ਮੇਰੀ ਮੰਗਣੀ ਕਰਵਾ ਦਿੱਤੀ ਗਈ ਅਤੇ ਉਸੇ ਦਿਨ ਵਿਆਹ ਦੀ ਤਾਰੀਖ ਵੀ ਪੱਕੀ ਕਰ ਦਿੱਤੀ ਗਈ। ਮੈਨੂੰ ਇਸ ਵਿਆਹ ਦੀ ਬਿਲਕੁਲ ਵੀ ਖੁਸ਼ੀ ਨਹੀਂ ਸੀ। ਮੈਂ ਬਸ ਇਹ ਰਿਸ਼ਤਾ ਖਤਮ ਕਰਨਾ ਚਾਹੁੰਦਾ ਸੀ, ਪਰ ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਰਿਸ਼ਤਾ ਖਤਮ ਨਾ ਹੋ ਸਕਿਆ। 3 ਮਹੀਨਿਆਂ ਬਾਅਦ ਸਾਡਾ ਵਿਆਹ ਸੀ। ਇਹਨਾਂ 3 ਮਹੀਨਿਆਂ ਦੇ ਦੌਰਾਨ ਮੈਂ ਹਰ ਕੋਸ਼ਿਸ਼ ਕੀਤੀ ਸੀ ਜਿਸ ਨਾਲ ਇਹ ਰਿਸ਼ਤਾ ਖਤਮ ਹੋ ਜਾਵੇ। ਕੁੜੀ ਦੇ ਘਰ ਵਾਲੇ ਗਰੀਬ ਸਨ, ਇਸ ਲਈ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸਨ। ਫਿਲਹਾਲ ਵਿਆਹ ਦਾ ਦਿਨ ਆ ਚੁੱਕਿਆ ਸੀ। ਮੇਰੀ ਮੰਮੀ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਇਹ ਰਿਸ਼ਤਾ ਮੇਰੀ ਮੰਮੀ ਨੇ ਹੀ ਕਰਵਾਇਆ ਸੀ। ਵਿਆਹ ਵਾਲੇ ਦਿਨ ਵੀ ਮੇਰੇ ਚਿਹਰੇ 'ਤੇ ਕੋਈ ਖੁਸ਼ੀ ਨਹੀਂ ਸੀ ਅਤੇ ਮੈਂ ਸਾਰਾ ਦਿਨ ਮੂੰਹ ਫੁਲਾ ਕੇ ਬੈਠਾ ਸੀ। ਮੈਂ ਇਹ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਆਪਣੀ ਜਾਨ ਬਚਾਵਾਂ। ਫਿਰ ਮੇਰੇ ਦਿਮਾਗ ਵਿੱਚ ਇੱਕ ਤਰੀਕਾ ਆਇਆ ਜਿਸ ਨਾਲ ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ। ਮੈਨੂੰ ਜ਼ਬਰਦਸਤੀ ਦੇ ਵਿਆਹ ਅਤੇ ਰਿਸ਼ਤੇ ਤੋਂ ਜਾਨ ਛੁਡਾਉਣ ਦਾ ਤਰੀਕਾ ਲੱਭ ਗਿਆ ਸੀ। ਹੁਣ ਬਸ ਉਸ 'ਤੇ ਕੰਮ ਕਰਨਾ ਸੀ, ਜਿਸ ਨਾਲ ਉਹ ਗਰੀਬ ਕੁੜੀ ਮੇਰੀ ਜ਼ਿੰਦਗੀ ਵਿੱਚੋਂ ਚਲੀ ਜਾਂਦੀ ਅਤੇ ਮੈਂ ਆਪਣੀ ਮਨਪਸੰਦ ਕੁੜੀ ਨਾਲ ਵਿਆਹ ਕਰਵਾ ਸਕਦਾ ਸੀ। ਹੁਣ ਮੈਨੂੰ ਰਾਤ ਹੋਣ ਦਾ ਇੰਤਜ਼ਾਰ ਸੀ। ਮੈਂ ਵੀ ਬੇਚੈਨੀ ਨਾਲ ਸਮਾਂ ਗੁਜ਼ਾਰ ਰਿਹਾ ਸੀ ਅਤੇ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਅਤੇ ਮੈਂ ਆਪਣੀ ਘਰਵਾਲੀ ਦੇ ਕਮਰੇ ਵਿੱਚ ਜਾਵਾਂ ਅਤੇ ਉਸ ਤੋਂ ਛੁਟਕਾਰਾ ਪਾਵਾਂ। ਜਦੋਂ ਸਭ ਸੋ ਗਏ ਤਾਂ ਮੈਂ ਆਪਣੇ ਸੋਚੇ ਹੋਏ ਮਨਸੂਬੇ 'ਤੇ ਅਮਲ ਕਰਨ ਲਈ ਤਿਆਰ ਹੋ ਗਿਆ, ਪਰ ਪਤਾ ਨਹੀਂ ਕਿਉਂ ਮੈਨੂੰ ਡਰ ਵੀ ਲੱਗਣ ਲੱਗਿਆ। ਜ਼ਾਹਿਰ ਹੈ ਕਿ ਜੋ ਤਰੀਕਾ ਮੈਂ ਸੋਚਿਆ ਸੀ ਉਹ ਇੰਨਾ ਖਤਰਨਾਕ ਸੀ ਕਿ ਜੇਕਰ ਕੋਈ ਸੁਣ ਲੈਂਦਾ ਤਾਂ ਉਸਦੀ ਰੂਹ ਕੰਬ ਜਾਂਦੀ। ਮੈਂ ਬਸ ਇਹੀ ਸੋਚ ਰਿਹਾ ਸੀ ਕਿ ਮੈਂ ਜਿੰਨੀ ਜਲਦੀ ਆਪਣੀ ਘਰਵਾਲੀ ਤੋਂ ਛੁਟਕਾਰਾ ਪਾਵਾਂ ਓਨਾ ਹੀ ਚੰਗਾ ਰਹੇਗਾ, ਪਰ ਨਾਲ ਹੀ ਮੈਨੂੰ ਓਨਾ ਜ਼ਿਆਦਾ ਡਰ ਵੀ ਲੱਗ ਰਿਹਾ ਸੀ। ਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਅਤੇ ਆਪਣੀ ਘਰਵਾਲੀ ਨੂੰ ਬੈੱਡ 'ਤੇ ਬੈਠੇ
ਆਪਣਾ ਇੰਤਜ਼ਾਰ ਕਰਦੇ ਦੇਖਿਆ ਤਾਂ ਉਸਨੂੰ ਦੇਖ ਕੇ ਇੱਕਦਮ ਮੇਰੇ ਦਿਲ ਨੂੰ ਸਕੂਨ ਜਿਹਾ ਮਿਲਿਆ ਅਤੇ ਮੈਂ ਆਪਣੀ ਯੋਜਨਾ ਦੇ ਬਾਰੇ ਵਿੱਚ ਭੁੱਲ ਗਿਆ। ਕੌਣ ਅਜਿਹਾ ਜ਼ਾਲਮ ਹੋਵੇਗਾ ਜੋ ਇੰਨੀ ਖੂਬਸੂਰਤ ਕੁੜੀ ਦੇ ਕੋਲ ਜਾ ਕੇ ਇਸ ਮੌਕੇ ਨੂੰ ਗਵਾਉਣਾ ਚਾਹੇਗਾ, ਅਤੇ ਉਹ ਵੀ ਉਦੋਂ ਜਦੋਂ ਉਹ ਕੁੜੀ ਪੂਰੇ ਤਰੀਕੇ ਨਾਲ ਉਸਦੀ ਹੋਵੇ ਅਤੇ ਉਹ ਉਸ 'ਤੇ ਪੂਰਾ ਹੱਕ ਰੱਖਦਾ ਹੋਵੇ। ਮੈਂ ਆਪਣੀਆਂ ਸਾਰੀਆਂ ਯੋਜਨਾਵਾਂ 'ਤੇ ਪਾਣੀ ਫੇਰ ਦਿੱਤਾ ਅਤੇ ਨਾਲ ਹੀ ਕੁਝ ਦੇਰ ਲਈ ਸਭ ਕੁਝ ਭੁੱਲ ਕੇ ਆਪਣੀ ਘਰਵਾਲੀ ਵੱਲ ਗਿਆ। ਵਿਆਹ ਤਾਂ ਹੁਣ ਹੋ ਹੀ ਚੁੱਕਿਆ ਸੀ। ਕੁੜੀ ਅਮੀਰ ਸੀ ਜਾਂ ਗਰੀਬ, ਹੁਣ ਇਸ ਨਾਲ ਕੀ ਫਰਕ ਪੈਂਦਾ ਸੀ। ਮੈਂ ਇਸ ਵਿੱਚ ਕੀ ਕਰ ਸਕਦਾ ਸੀ। ਪਰ ਮੇਰੀ ਘਰਵਾਲੀ ਬਹੁਤ ਸੋਹਣੀ ਸੀ। ਉਸਨੂੰ ਦੇਖ ਕੇ ਮੈਂ ਉਸ ਵੱਲ ਖਿੱਚਿਆ ਚਲਾ ਗਿਆ ਅਤੇ ਅਸੀਂ ਦੋਵਾਂ ਨੇ ਕੁਝ ਦਿਨ ਬਹੁਤ ਖੁਸ਼ੀ ਨਾਲ ਬਿਤਾਏ। ਮੇਰੀ ਘਰਵਾਲੀ ਵੀ ਮੇਰੇ ਤੋਂ ਬਹੁਤ ਖੁਸ਼ ਸੀ। ਵਿਆਹ ਦੀ ਖੁਸ਼ੀ ਵਿੱਚ ਮੈਂ ਭੁੱਲ ਹੀ ਗਿਆ ਸੀ ਕਿ ਮੈਂ ਆਪਣੀ ਘਰਵਾਲੀ ਤੋਂ ਛੁਟਕਾਰਾ ਪਾਉਣ ਦੀ ਇੱਕ ਯੋਜਨਾ ਤਿਆਰ ਕਰ ਰੱਖੀ ਹੈ। ਪੂਰੇ 1 ਮਹੀਨੇ ਬਾਅਦ ਉਸ ਦਿਨ ਮੇਰੀ ਘਰਵਾਲੀ ਨੇ ਆਪਣੇ ਪੇਕੇ ਜਾਣ ਦੀ ਗੱਲ ਕਹੀ। ਮੈਂ ਖੁਸ਼ੀ-ਖੁਸ਼ੀ ਉਸਨੂੰ ਜਾਣ ਦਿੱਤਾ। ਉਸਨੇ ਜਾਂਦੇ ਹੋਏ ਕਿਹਾ, ਮੇਰੇ ਕੋਲ ਤੁਹਾਡੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ, ਬਸ ਦੁਆ ਕਰੋ। ਮੈਂ ਉਸਨੂੰ ਕਿਹਾ, ਜਲਦੀ ਦੱਸ, ਪਰ ਉਹ ਬੋਲੀ, ਕੱਲ੍ਹ ਆ ਕੇ ਦੱਸਾਂਗੀ। ਮੈਂ ਵੀ ਜ਼ਿਆਦਾ ਜ਼ੋਰ ਨਹੀਂ ਦਿੱਤਾ ਅਤੇ ਉਸਨੂੰ ਇਹ ਕਹਿ ਕੇ ਸ਼ਾਮ ਨੂੰ ਲੈਣ ਆਵਾਂਗਾ ਉਸਦੇ ਪੇਕੇ ਘਰ ਛੱਡ ਆਇਆ। ਜਦੋਂ ਮੈਂ ਵਾਪਸ ਆਇਆ ਤਾਂ ਬਹੁਤ ਦਿਨਾਂ ਬਾਅਦ ਮੈਨੂੰ ਆਪਣੀ ਯੋਜਨਾ ਯਾਦ ਆਈ। ਤਾਂ ਮੈਂ ਆਪਣੇ ਮੱਥੇ 'ਤੇ ਹੱਥ ਮਾਰਿਆ ਕਿ ਮੈਂ ਆਪਣਾ ਕੰਮ ਕਿਉਂ ਨਹੀਂ ਕੀਤਾ। ਪਰ ਹੁਣ ਕੁਝ ਵੀ ਸੋਚਣ ਦੀ ਜ਼ਰੂਰਤ ਨਹੀਂ ਸੀ। ਮੈਂ ਸੋਚ ਲਿਆ ਸੀ ਕਿ ਹੁਣ ਹਰ ਹਾਲ ਵਿੱਚ ਇਸ ਤੋਂ ਛੁਟਕਾਰਾ ਪਾ ਕੇ ਹੀ ਰਹਾਂਗਾ। ਮੈਂ ਉਸ ਵੇਲੇ ਇਹ ਭੁੱਲ ਗਿਆ ਸੀ ਕਿ ਦਰਅਸਲ ਮੇਰੀ ਘਰਵਾਲੀ ਮੇਰੇ ਲਈ ਬਹੁਤ ਕਿਸਮਤ ਵਾਲੀ ਸਾਬਿਤ ਹੋਈ ਹੈ ਅਤੇ ਨਾਲ ਹੀ ਕੁਝ ਸਰਪ੍ਰਾਈਜ਼ ਵੀ ਦੇਣ ਵਾਲੀ ਹੈ। ਮੈਂ ਆਪਣੀ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣੀ ਘਰਵਾਲੀ ਨੂੰ ਸ਼ਾਮ ਨੂੰ ਆਪਣੇ ਭਾਈ ਨਾਲ ਵਾਪਸ ਆਉਣ ਲਈ ਕਿਹਾ। ਉਸ ਵੇਲੇ ਤਾਂ ਮੈਨੂੰ ਬਹੁਤ ਜ਼ਿਆਦਾ ਅਜੀਬ ਲੱਗਿਆ, ਕਿਉਂਕਿ ਅੱਜ ਤੋਂ ਪਹਿਲਾਂ ਉਸਨੂੰ ਇੰਨਾ ਖੁਸ਼ ਕਦੇ ਨਹੀਂ ਦੇਖਿਆ ਸੀ। ਪਰ ਉਸ ਦਿਨ ਮੇਰੇ ਉੱਪਰ ਕੋਈ ਵੀ ਅਸਰ ਨਾ ਹੋਇਆ ਤਾਂ ਮੈਂ ਆਪਣੀ ਯੋਜਨਾ ਪੂਰੀ ਕਰਨ ਦੀ ਠਾਣ ਲਈ। ਆਖਿਰਕਾਰ ਉਹ ਦਿਨ ਵੀ ਆ ਗਿਆ ਜਦੋਂ ਮੈਂ ਖਾਮੋਸ਼ੀ ਨਾਲ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਰਾਤ ਦੇ 3 ਵਜੇ ਮੈਂ ਆਪਣੀ ਘਰ ਦੀ ਛੱਤ 'ਤੇ ਗਿਆ ਅਤੇ ਅਜੀਬ ਤਰੀਕੇ ਨਾਲ ਆਵਾਜ਼ ਕੱਢੀ। ਮੇਰੀ ਘਰਵਾਲੀ ਉਸ ਵੇਲੇ ਗੂੜ੍ਹੀ ਨੀਂਦ ਵਿੱਚ ਸੀ, ਪਰ ਉਹ ਆਵਾਜ਼ ਸੁਣ ਕੇ ਇੱਕਦਮ ਜਾਗ ਗਈ ਅਤੇ ਇੱਧਰ-ਉੱਧਰ ਦੇਖਿਆ ਤਾਂ ਮੈਂ ਉਸਨੂੰ ਕਿਤੇ ਵੀ ਨਜ਼ਰ ਨਹੀਂ ਆਇਆ। ਤਾਂ ਉਹ ਭੱਜਦੀ ਹੋਈ ਛੱਤ ਵੱਲ ਆਈ। ਉਸ ਵੇਲੇ ਮੈਂ ਦਰਵਾਜ਼ੇ ਦੇ ਪਿੱਛੇ ਲੁਕਿਆ ਹੋਇਆ ਸੀ। ਜਿਵੇਂ ਹੀ ਉਹ ਛੱਤ 'ਤੇ ਚੜ੍ਹੀ, ਮੈਂ ਉਸਨੂੰ ਫੜ ਲਿਆ ਅਤੇ ਉਸਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ ਅਤੇ ਉਸਨੂੰ ਬਹੁਤ ਮਾਰਿਆ। ਮੈਂ ਉਸਨੂੰ ਇੰਨਾ ਮਾਰਿਆ ਕਿ ਉਹ ਮਰ ਚੁੱਕੀ ਸੀ, ਉਸਦੀ ਜਾਨ ਜਾ ਚੁੱਕੀ ਸੀ। ਮੈਂ ਉਸਦੀ ਲਾਸ਼ ਨੂੰ ਛੱਤ 'ਤੇ ਹੀ ਬਣੇ ਸਟੋਰ ਰੂਮ ਵਿੱਚ ਲੁਕੋ ਦਿੱਤਾ, ਜਿੱਥੇ ਕੋਈ ਨਹੀਂ ਜਾਂਦਾ ਸੀ। ਆਪਣਾ ਕੰਮ ਪੂਰਾ ਕਰਕੇ ਮੈਂ ਨੀਚੇ ਆਇਆ ਅਤੇ ਸੋਚਣ ਲੱਗਾ ਕਿ ਸਵੇਰੇ ਕੀ ਕਰਨਾ ਹੈ। ਮੈਂ ਬਹੁਤ ਖੁਸ਼ ਸੀ ਕਿ ਮੈਂ ਇਸ ਗਰੀਬ ਕੁੜੀ ਤੋਂ ਛੁਟਕਾਰਾ ਪਾ ਲਿਆ। ਹੁਣ ਮੈਂ ਆਸਾਨੀ ਨਾਲ ਕਿਸੇ ਅਮੀਰ ਕੁੜੀ ਨਾਲ ਵਿਆਹ ਕਰ ਸਕਦਾ ਹਾਂ। ਸਵੇਰ ਹੁੰਦੇ ਹੀ ਮੈਂ ਰੌਲਾ ਪਾ ਦਿੱਤਾ ਕਿ ਮੇਰੀ ਘਰਵਾਲੀ ਕਿਸੇ ਨਾਲ ਭੱਜ ਗਈ ਹੈ। ਉਸਦਾ ਕਿਸੇ ਨਾਲ ਚੱਕਰ ਚੱਲ ਰਿਹਾ ਸੀ। ਉਹ ਉਸੇ ਨਾਲ ਭੱਜ ਗਈ। ਇਹ ਗੱਲ ਸਾਰੇ ਮੁਹੱਲੇ, ਸਾਰੇ ਰਿਸ਼ਤੇਦਾਰਾਂ ਅਤੇ ਮੇਰੀ ਘਰਵਾਲੀ ਦੇ ਘਰ ਵਾਲਿਆਂ ਤੱਕ ਪਹੁੰਚ ਚੁੱਕੀ ਸੀ। ਮੈਂ ਬਹੁਤ ਉਦਾਸ ਹੋਣ ਦਾ ਨਾਟਕ ਕਰ ਰਿਹਾ ਸੀ। ਹਾਏ, ਮੇਰੀ ਘਰਵਾਲੀ ਭੱਜ ਗਈ, ਕੀ ਕਮੀ ਸੀ ਮੇਰੇ ਵਿੱਚ। ਸਭ ਮੇਰੀ ਘਰਵਾਲੀ ਨੂੰ ਬਹੁਤ ਬੁਰਾ ਭਲਾ ਕਹਿਣ ਲੱਗੇ। ਉਸਦੇ ਪੇਕੇ ਵਾਲੇ ਵੀ ਸ਼ਰਮ ਨਾਲ ਸਿਰ ਝੁਕਾ ਕੇ ਖੜ੍ਹੇ ਸਨ ਅਤੇ ਉਸਨੂੰ ਹੀ ਬੁਰਾ ਭਲਾ ਕਹਿ ਰਹੇ ਸਨ। ਪਰ ਮੈਂ ਅੰਦਰ ਹੀ ਅੰਦਰ ਖੁਸ਼ ਹੋ ਰਿਹਾ ਸੀ ਕਿ ਜੋ ਮੈਂ ਸੋਚਿਆ ਸੀ ਉਸੇ ਤਰ੍ਹਾਂ ਹੀ ਕੰਮ ਪੂਰਾ ਹੋ ਗਿਆ ਹੈ। ਜਦੋਂ ਮੈਂ ਡਰਾਮਾ ਕਰਕੇ ਥੱਕ ਗਿਆ ਤਾਂ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜ੍ਹੀ ਦੇਰ ਬਾਅਦ ਮੈਨੂੰ ਇੱਕ ਫ਼ੋਨ ਆਇਆ। ਮੇਰਾ ਕਿਸੇ ਨਾਲ ਗੱਲ ਕਰਨ ਦਾ ਮਨ ਨਹੀਂ ਸੀ, ਪਰ ਜਦੋਂ ਬਾਰ-ਬਾਰ ਫ਼ੋਨ ਆ ਰਿਹਾ ਸੀ ਤਾਂ ਮੈਂ ਸੋਚਿਆ ਕਿ ਚੁੱਕ ਹੀ ਲੈਂਦਾ ਹਾਂ। ਜਦੋਂ ਮੈਂ ਫ਼ੋਨ ਚੁੱਕਿਆ ਤਾਂ ਇੱਕ ਆਦਮੀ ਬੋਲ ਰਿਹਾ ਸੀ, ਜਿਸਨੇ ਮੇਰੀ ਘਰਵਾਲੀ ਦਾ ਨਾਮ ਲਿਆ ਅਤੇ ਕਿਹਾ, ਤੁਹਾਡੀ ਘਰਵਾਲੀ ਨੇ 2 ਕਰੋੜ ਦੀ ਲਾਟਰੀ ਜਿੱਤੀ ਹੈ। ਕੂਪਨ ਕੋਡ ਲਿਆਓ ਅਤੇ ਪੈਸੇ ਲੈ ਜਾਓ। ਇਹ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਫਟਾਫਟ ਆਪਣੀ ਘਰਵਾਲੀ ਦੇ ਪੇਕੇ ਵਾਲਿਆਂ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਉਸਨੇ 1 ਸਾਲ ਪਹਿਲਾਂ ਇੱਕ ਲਾਟਰੀ ਪਾਈ ਸੀ। ਉਸਦਾ ਕੂਪਨ ਕੋਡ ਉਸਦੇ ਗਲੇ ਵਿੱਚ ਬੰਨੇ ਤਾਬੀਜ਼ ਵਿੱਚ ਸੀ। ਇਹ ਸੁਣ ਕੇ ਮੈਂ ਤੁਰੰਤ ਫ਼ੋਨ ਸੁੱਟਿਆ ਅਤੇ ਛੱਤ 'ਤੇ ਬਣੇ ਸਟੋਰ ਰੂਮ ਵਿੱਚ ਗਿਆ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਬਹੁਤ ਡਰ ਗਿਆ ਸੀ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਿਆ ਅਤੇ ਲੰਬੇ-ਲੰਬੇ ਸਾਹ ਲੈਣ ਲੱਗਿਆ। ਮੈਂ ਇੱਧਰ-ਉੱਧਰ ਦੇਖ ਰਿਹਾ ਸੀ ਕਿ ਕਿਤੇ ਕੋਈ ਮੈਨੂੰ ਦੇਖ ਨਾ ਲਵੇ। ਮੇਰਾ ਪੂਰਾ ਸਰੀਰ ਪਸੀਨੇ ਨਾਲ ਭਿੱਜ ਚੁੱਕਿਆ ਸੀ।
ਉਸ ਸਟੋਰ ਰੂਮ ਦਾ ਮੰਜ਼ਰ ਮੇਰੀਆਂ ਅੱਖਾਂ ਦੇ ਸਾਹਮਣੇ ਬਾਰ-ਬਾਰ ਆ ਰਿਹਾ ਸੀ। ਮੇਰਾ ਦਿਮਾਗ ਖਰਾਬ ਹੋ ਗਿਆ। ਇੱਕ ਹੋਰ ਮੁਸੀਬਤ ਮੈਨੂੰ ਆਪਣੇ ਵੱਲ ਆਉਂਦੀ ਹੋਈ ਨਜ਼ਰ ਆ ਰਹੀ ਸੀ। ਇਹੀ ਸੋਚਦੇ ਹੋਏ ਮੈਂ ਇੱਕ ਬੈਗ ਚੁੱਕਿਆ ਅਤੇ ਉਸ ਵਿੱਚ ਕੁਝ ਕੱਪੜੇ ਪਾ ਕੇ ਭੱਜਣ ਬਾਰੇ ਸੋਚਿਆ। ਫਿਰ ਮੈਂ ਸੋਚਿਆ ਕਿ ਜੇਕਰ ਕਿਸੇ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਜਾ ਰਿਹਾ ਹਾਂ ਤਾਂ ਮੈਂ ਕੀ ਜਵਾਬ ਦੇਵਾਂਗਾ। ਸਵੇਰੇ ਹੀ ਤਾਂ ਮੇਰੀ ਘਰਵਾਲੀ ਭੱਜੀ ਹੈ ਅਤੇ ਕੁਝ ਘੰਟਿਆਂ ਬਾਅਦ ਮੈਂ ਵੀ ਜਾ ਰਿਹਾ ਹਾਂ, ਤਾਂ ਸਭ ਮੇਰੇ ਉੱਪਰ ਹੀ ਸ਼ੱਕ ਕਰਨਗੇ। ਇਹ ਸੋਚ ਕੇ ਮੈਂ ਆਪਣਾ ਸਿਰ ਫੜ ਕੇ ਬੈਠ ਗਿਆ ਕਿ ਹੁਣ ਮੈਂ ਕੀ ਕਰਾਂ। ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਚੁੱਕਿਆ ਸੀ। ਮੇਰਾ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਮੇਰੇ ਅੱਗੇ ਖੂਹ ਤੇ ਪਿੱਛੇ ਖਾਈ ਸੀ। ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਸੀ। ਪਹਿਲੀ ਵਾਰ ਮੈਨੂੰ ਆਪਣੇ ਲਾਲਚ 'ਤੇ ਬਹੁਤ ਅਫ਼ਸੋਸ ਹੋਇਆ ਕਿ ਮੈਂ ਆਪਣੀ ਇੰਨੀ ਖੂਬਸੂਰਤ ਘਰਵਾਲੀ ਨਾਲ ਕੀ ਕੀਤਾ। ਮੈਂ ਸੋਚਿਆ ਦਿਨ ਦਿਹਾੜੇ ਜਾਵਾਂਗਾ ਤਾਂ ਸਭ ਨੂੰ ਸ਼ੱਕ ਹੋਵੇਗਾ, ਇਸ ਲਈ ਮੈਂ ਰਾਤ ਹੋਣ ਦਾ ਇੰਤਜ਼ਾਰ ਕਰਨ ਲੱਗਿਆ। ਮੈਂ ਆਪਣਾ ਬੈਗ ਪੈਕ ਕਰਕੇ ਇੱਕ ਪਾਸੇ ਰੱਖ ਲਿਆ ਅਤੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਿਆ। ਮੈਂ ਥੋੜ੍ਹੀ ਦੇਰ ਰੋਣ ਧੋਣ ਦਾ ਡਰਾਮਾ ਕੀਤਾ, ਪਰ ਹੁਣ ਮੈਨੂੰ ਇਹ ਡਰਾਮਾ ਕਰਦੇ ਹੋਏ ਡਰ ਲੱਗ ਰਿਹਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਉੱਪਰ ਹੀ ਸ਼ੱਕ ਕਰ ਰਿਹਾ ਹੋਵੇ। ਮੈਂ ਬੜੀ ਮੁਸ਼ਕਿਲ ਨਾਲ ਪੂਰਾ ਦਿਨ ਘਰ ਵਿੱਚ ਕੱਢਿਆ। ਰਾਤ ਹੁੰਦਿਆਂ ਹੀ ਮੈਂ ਕਮਰੇ ਵਿੱਚ ਗਿਆ ਅਤੇ 12 ਵੱਜਣ ਦਾ ਇੰਤਜ਼ਾਰ ਕਰਨ ਲੱਗਿਆ। ਉਸੇ ਵੇਲੇ ਮੇਰੀ ਮੰਮੀ ਅਚਾਨਕ ਮੇਰੇ ਕਮਰੇ ਵਿੱਚ ਆਈ। ਮੈਂ ਉਹਨਾਂ ਨੂੰ ਕਮਰੇ ਵਿੱਚ ਦੇਖ ਕੇ ਪੁੱਛਿਆ, ਕੀ ਹੋਇਆ ਮੰਮੀ, ਤੁਸੀਂ ਹਾਲੇ ਸੋਏ ਨਹੀਂ? ਮੇਰੀ ਮੰਮੀ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਉਹ ਮੇਰੇ ਕੋਲ ਬੈਠੇ ਅਤੇ ਉਹਨਾਂ ਨੇ ਕਿਹਾ, ਤੇਰਾ ਚਿਹਰਾ ਕਿਉਂ ਉਤਰਿਆ ਹੋਇਆ ਹੈ? ਬਹੁਤ ਜ਼ਿਆਦਾ ਪਰੇਸ਼ਾਨ ਲੱਗ ਰਿਹਾ ਹੈ। ਸਭ ਠੀਕ ਹੈ ਨਾ? ਮੰਮੀ ਦੇ ਇਹਨਾਂ ਸਵਾਲਾਂ ਤੋਂ ਮੈਂ ਘਬਰਾ ਗਿਆ। ਮੈਂ ਆਪਣੀ ਹਰਕਤ ਦੱਸਣ ਦੀ ਸੋਚੀ, ਪਰ ਫਿਰ ਡਰ ਗਿਆ। ਮੈਂ ਕਿਹਾ, ਜਿਸ ਦੀ ਘਰਵਾਲੀ ਭੱਜ ਜਾਵੇ ਉਹ ਪਰੇਸ਼ਾਨ ਨਹੀਂ ਹੋਵੇਗਾ ਤਾਂ ਕੀ ਖੁਸ਼ ਹੋਵੇਗਾ? ਪਰ ਮੰਮੀ 'ਤੇ ਮੇਰੀ ਕਿਸੇ ਗੱਲ ਦਾ ਅਸਰ ਨਾ ਹੋਇਆ। ਉਹ ਬੋਲੀ, ਮੈਨੂੰ ਸੱਚ-ਸੱਚ ਦੱਸ ਦੇ, ਤੂੰ ਕੀ ਕੀਤਾ ਹੈ ਆਪਣੀ ਘਰਵਾਲੀ ਨਾਲ? ਉਹ ਕਿੱਥੇ ਗਈ ਹੈ? ਇਹ ਸੁਣ ਕੇ ਮੈਂ ਬਹੁਤ ਡਰ ਗਿਆ। ਮੇਰੀ ਤਾਂ ਬੋਲਤੀ ਹੀ ਬੰਦ ਹੋ ਗਈ। ਤਾਂ ਮੈਂ ਘਬਰਾਏ ਹੋਏ ਜਵਾਬ ਦਿੱਤਾ, ਮੈਂ ਸਮਝ ਗਿਆ ਸੀ ਕਿ ਮੰਮੀ ਨੂੰ ਮੇਰੇ ਉੱਪਰ ਸ਼ੱਕ ਹੋ ਗਿਆ ਹੈ। ਹੁਣ ਇੱਥੇ ਤੋਂ ਭੱਜਣ ਦਾ ਕੋਈ ਰਸਤਾ ਨਹੀਂ ਹੈ। ਹੁਣ ਉਹ ਸਾਰਾ ਸੱਚ ਜਾਣ ਕੇ ਹੀ ਰਹੇਗੀ। ਫਿਰ ਮੈਂ ਡਰਦੇ ਹੋਏ ਆਪਣੀ ਮੰਮੀ ਨੂੰ ਸਾਰਾ ਸੱਚ ਦੱਸ ਦਿੱਤਾ। ਮੇਰੀ ਹਰਕਤ ਬਾਰੇ ਸੁਣ ਕੇ ਮੇਰੀ ਮੰਮੀ ਬਹੁਤ ਰੋਈ। ਕੁਝ ਦੇਰ ਤੱਕ ਉਹਨਾਂ ਕੋਲੋਂ ਕੁਝ ਬੋਲਿਆ ਹੀ ਨਹੀਂ ਗਿਆ। ਉਹ ਬਾਰ-ਬਾਰ ਇੱਕ ਹੀ ਸਵਾਲ ਪੁੱਛ ਰਹੀ ਸੀ, ਜੋ ਤੂੰ ਕਿਹਾ ਹੈ ਉਹ ਸੱਚ ਹੈ? ਮੰਮੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਹ ਸਭ ਦੇਖ ਕੇ ਮੇਰੀ ਜਾਨ ਨਿਕਲ ਰਹੀ ਸੀ। ਫਿਰ ਮੰਮੀ ਨੇ ਮੈਨੂੰ ਕਿਹਾ, ਲੱਗਦਾ ਹੈ ਤੇਰੀ ਘਰਵਾਲੀ ਕੋਈ ਜਾਦੂਗਰਨੀ ਹੈ, ਕੋਈ ਬੁਰਾ ਪਰਛਾਵਾਂ ਹੈ। ਮੰਮੀ ਨੇ ਇਹ ਕਿਹਾ ਤਾਂ ਮੈਂ ਡਰਦੇ ਮਾਰੇ ਇੱਧਰ-ਉੱਧਰ ਦੇਖਣ ਲੱਗਾ। ਫਿਰ ਮੈਂ ਮੰਮੀ ਨੂੰ ਦੱਸਿਆ ਕਿ ਮੈਂ ਇਹ ਸ਼ਹਿਰ ਛੱਡ ਕੇ ਜਾ ਰਿਹਾ ਹਾਂ। ਮੰਮੀ ਨੇ ਮੈਨੂੰ ਬਹੁਤ ਰੋਕਿਆ ਕਿ ਮੈਂ ਨਾ ਜਾਵਾਂ, ਮੁਸੀਬਤ ਮੇਰੇ ਗਲੇ ਪੈ ਜਾਵੇਗੀ, ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਤੇ ਬੈਗ ਚੁੱਕ ਕੇ ਘਰੋਂ ਨਿਕਲ ਗਿਆ। ਹਾਲੇ ਮੈਂ ਘਰ ਤੋਂ ਬਾਹਰ ਜਾਣ ਹੀ ਲੱਗਿਆ ਸੀ ਕਿ ਮੇਰੇ ਫ਼ੋਨ 'ਤੇ ਮੇਰੇ ਸਹੁਰੇ ਵਾਲਿਆਂ ਦੀ ਕਾਲ ਆਈ। ਜਦੋਂ ਮੈਂ ਫ਼ੋਨ ਚੁੱਕਿਆ ਤਾਂ ਜੋ ਕੁਝ ਉਹਨਾਂ ਨੇ ਕਿਹਾ ਉਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਤੁਰੰਤ ਹੀ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਹੀ ਘਰ ਦੇ ਬਾਹਰ ਬਹੁਤ ਸਾਰੀਆਂ ਆਵਾਜ਼ਾਂ ਆਉਣ ਲੱਗੀਆਂ ਅਤੇ ਕੋਈ ਦਰਵਾਜ਼ਾ ਖੜਕਾਉਣ ਲੱਗਿਆ। ਮੈਂ ਘਰ ਵਾਲਿਆਂ ਨੂੰ ਦਰਵਾਜ਼ਾ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ, ਪਰ ਬਾਹਰ ਵਾਲੇ ਦਰਵਾਜ਼ਾ ਤੋੜ ਕੇ ਅੰਦਰ ਆ ਚੁੱਕੇ ਸਨ ਅਤੇ ਨਾਲ ਹੀ ਪੁਲਿਸ ਨੂੰ ਵੀ ਲਿਆਏ ਸਨ। ਮੇਰੇ ਹੱਥਾਂ ਵਿੱਚੋਂ ਬੈਗ ਛੁੱਟ ਗਿਆ ਅਤੇ ਮੈਂ ਸਦਮੇ ਵਿੱਚ ਉੱਥੇ ਹੀ ਜ਼ਮੀਨ 'ਤੇ ਬੈਠ ਗਿਆ। ਦਰਵਾਜ਼ੇ 'ਤੇ ਮੇਰੇ ਸਹੁਰੇ ਅਤੇ ਪੁਲਿਸ ਮੌਜੂਦ ਸੀ। ਮੇਰੀ ਸੱਸ ਨੇ ਮੇਰੇ ਵੱਲ ਵੇਖਿਆ ਅਤੇ ਜਿਵੇਂ ਹੀ ਥੋੜ੍ਹਾ ਅੱਗੇ ਹੋ ਕੇ ਸਾਈਡ ਵਿੱਚ ਹੋਈ, ਉਸਦੇ ਪਿੱਛੇ ਮੇਰੀ ਘਰਵਾਲੀ ਖੜੀ ਸੀ, ਜਿਸ ਨੂੰ ਦੇਖ ਕੇ ਮੇਰੀ ਅਤੇ ਮੇਰੀ ਮੰਮੀ ਦੀਆਂ ਚੀਕਾਂ ਨਿਕਲ ਗਈਆਂ। ਉਸੇ ਵੇਲੇ ਮੈਨੂੰ ਮੇਰੀ ਮੰਮੀ ਦੀ ਉਹ ਗੱਲ ਯਾਦ ਆਈ ਕਿ ਮੇਰੀ ਘਰਵਾਲੀ ਸ਼ਾਇਦ ਕੋਈ ਜਾਦੂਗਰਨੀ ਹੈ। ਮੈਂ ਇਹ ਸਭ ਕੁਝ ਦੇਖ ਕੇ ਕੰਬ ਰਿਹਾ ਸੀ। ਮੇਰੇ ਸਹੁਰੇ ਨੇ ਫ਼ੋਨ 'ਤੇ ਇਹ ਕਿਹਾ ਸੀ ਕਿ ਤੇਰੀ ਭੱਜੀ ਹੋਈ ਘਰਵਾਲੀ ਨੂੰ ਅਸੀਂ ਲੈ ਕੇ ਆ ਰਹੇ ਹਾਂ। ਮੇਰੀ ਘਰਵਾਲੀ ਸਹੀ ਸਲਾਮਤ ਉਹਨਾਂ ਦੇ ਨਾਲ ਖੜੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਉਸਨੂੰ ਬਹੁਤ ਮਾਰਿਆ ਸੀ, ਜਿਸ ਨਾਲ ਉਸਦਾ ਸਾਹ ਰੁਕ ਗਿਆ ਸੀ ਅਤੇ ਉਹ ਉੱਥੇ ਹੀ ਮਰ ਗਈ ਸੀ। ਇਹ ਸਭ ਸੋਚ ਕੇ ਮੇਰਾ ਦਿਮਾਗ ਘੁੰਮਣ ਲੱਗਿਆ। ਆਖਿਰ ਇਹ ਸਭ ਕੁਝ ਕਿਵੇਂ ਹੋਇਆ? ਮੇਰੇ ਸਹੁਰੇ ਘਰ ਵਾਲੇ ਕਿਵੇਂ ਆ ਗਏ? ਉਹਨਾਂ ਨੇ ਕਿਹਾ, ਬੇਟਾ ਤੇਰੀ ਭੱਜੀ ਹੋਈ ਘਰਵਾਲੀ ਨੂੰ ਅਸੀਂ ਵਾਪਸ ਲੈ ਕੇ ਆਏ ਹਾਂ ਅਤੇ ਉਹਨਾਂ ਨੇ ਕਿਹਾ, ਬੇਟਾ ਸਾਨੂੰ ਮਾਫ਼ ਕਰ ਦੇ, ਸਾਡੀ ਬੇਟੀ ਨੇ ਅਜਿਹੀ ਹਰਕਤ ਕੀਤੀ, ਪਰ ਹੁਣ ਇਹ ਜੇਕਰ ਦੁਬਾਰਾ ਅਜਿਹੀ ਕੋਈ ਹਰਕਤ ਕਰੇ ਤਾਂ ਇਸ ਨੂੰ ਜਿਉਂਦੀ ਨੂੰ ਜ਼ਮੀਨ ਵਿੱਚ ਗੱਡ ਦੇਈਂ। ਮੇਰੇ ਸਹੁਰੇ ਨੇ ਸ਼ਰਮਿੰਦਾ ਹੁੰਦੇ ਹੋਏ ਮੇਰੀ ਘਰਵਾਲੀ ਦਾ ਹੱਥ
ਮੇਰੇ ਹੱਥਾਂ ਵਿੱਚ ਦਿੰਦੇ ਹੋਏ ਕਿਹਾ, ਅਤੇ ਮੈਂ ਇਹ ਸੋਚ ਰਿਹਾ ਸੀ ਕਿ ਉਹ ਮੈਨੂੰ ਕਤਲ ਦੇ ਕੇਸ ਵਿੱਚ ਗ੍ਰਿਫਤਾਰ ਕਰਵਾਉਣ ਆਏ ਹਨ, ਪਰ ਅਜਿਹਾ ਕੁਝ ਵੀ ਨਹੀਂ ਸੀ। ਉਹ ਮੇਰੀ ਘਰਵਾਲੀ ਨੂੰ ਮੇਰੇ ਕੋਲ ਛੱਡ ਕੇ ਪੁਲਿਸ ਨੂੰ ਲੈ ਕੇ ਵਾਪਸ ਚਲੇ ਗਏ, ਪਰ ਮੇਰੀ ਘਰਵਾਲੀ ਦੇ ਸਵਾਲ ਹਲੇ ਵੀ ਬਾਕੀ ਹਨ। ਮੈਂ ਉਸ ਵੱਲ ਵੇਖਿਆ ਤਾਂ ਉਹ ਚੁੱਪਚਾਪ ਅੰਦਰ ਚਲੀ ਗਈ। ਮੈਂ ਹੈਰਾਨੀ ਨਾਲ ਮੰਮੀ ਦੇ ਚਿਹਰੇ ਵੱਲ ਦੇਖਿਆ। ਉਹ ਆਪ ਬਹੁਤ ਪਰੇਸ਼ਾਨ ਅਤੇ ਡਰੀ ਹੋਈ ਸੀ। ਉਹ ਵੀ ਮੇਰੇ ਨਾਲ ਅੰਦਰ ਚਲੀ ਗਈ, ਜਿੱਥੇ ਮੇਰੀ ਘਰਵਾਲੀ ਬੈਠੀ ਸੀ। ਜਦੋਂ ਅਸੀਂ ਅੰਦਰ ਪਹੁੰਚੇ ਤਾਂ ਉਸਨੇ ਆਪ ਹੀ ਗੱਲ ਸ਼ੁਰੂ ਕਰ ਦਿੱਤੀ ਅਤੇ ਕਿਹਾ, ਤੁਸੀਂ ਹੈਰਾਨ ਹੋਵੋਗੇ ਕਿ ਇੱਕ ਮਰੀ ਹੋਈ ਕੁੜੀ ਜਿਉਂਦੀ ਕਿਵੇਂ ਹੈ। ਤੁਸੀਂ ਮੇਰੇ ਉੱਪਰ ਚੁੜੈਲ ਹੋਣ ਦਾ ਸ਼ੱਕ ਕਰ ਰਹੇ ਹੋਣਗੇ। ਮੇਰੀ ਘਰਵਾਲੀ ਖਾਸ ਤੌਰ 'ਤੇ ਮੇਰੇ ਵੱਲ ਵੇਖ ਕੇ ਕਹਿ ਰਹੀ ਸੀ। ਉਸਨੇ ਸ਼ਾਇਦ ਸਾਡੇ ਦਿਮਾਗ ਪੜ੍ਹ ਲਏ ਸਨ। ਮੇਰੀ ਘਰਵਾਲੀ ਨੇ ਸਾਡੇ ਵੱਲ ਦੇਖਿਆ ਅਤੇ ਕਿਹਾ, ਮੈਂ ਤੁਹਾਨੂੰ ਦੱਸਦੀ ਹਾਂ ਆਖਰ ਕੀ ਹੋਇਆ ਸੀ। ਵਿਆਹ ਤੋਂ ਪਹਿਲਾਂ ਜਦੋਂ ਮੇਰੀ ਮੰਮੀ ਨੇ ਮੇਰੇ ਸਾਹਮਣੇ ਇਹ ਰਿਸ਼ਤਾ ਰੱਖਿਆ ਤਾਂ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ, ਅਤੇ ਉੱਪਰ ਤੋਂ ਮੈਨੂੰ ਇਹ ਵੀ ਘਮੰਡ ਸੀ ਕਿ ਤੁਸੀਂ ਬਦਸੂਰਤ ਵੀ ਹੋਵੋਗੇ। ਮੈਂ ਚਾਹੁੰਦੀ ਸੀ ਕਿ ਮੇਰਾ ਵਿਆਹ ਮੇਰੇ ਤੋਂ ਵੀ ਜ਼ਿਆਦਾ ਕਿਸੇ ਸੋਹਣੇ ਮੁੰਡੇ ਨਾਲ ਹੋਵੇ। ਮੈਂ ਬਹੁਤ ਮਨਾ ਕੀਤਾ ਪਰ ਕੋਈ ਨਹੀਂ ਮੰਨਿਆ। ਪਰ ਜਦੋਂ ਮੈਂ ਤੁਹਾਨੂੰ ਦੇਖਿਆ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ। ਮੈਂ ਸੋਚਿਆ ਕਿ ਤੁਸੀਂ ਤਾਂ ਮੇਰੇ ਤੋਂ ਵੀ ਜ਼ਿਆਦਾ ਖੂਬਸੂਰਤ ਹੋ। ਆਪਾਂ ਦੋਵੇਂ ਇੱਕ ਦੂਜੇ ਨਾਲ ਬਹੁਤ ਚੰਗੇ ਲੱਗ ਰਹੇ ਸੀ। ਉਸ ਤੋਂ ਬਾਅਦ ਜਿਵੇਂ-ਜਿਵੇਂ ਅਸੀਂ ਇਕੱਠੇ ਸਮਾਂ ਬਿਤਾਇਆ ਤਾਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਤੁਸੀਂ ਗਰੀਬੀ ਦੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹੋ। ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਤੁਹਾਡੇ ਲਈ ਕੁਝ ਕਰਾਂ। ਉਹਨਾਂ ਦਿਨਾਂ ਵਿੱਚ ਮੇਰੀ ਇੱਕ ਭੈਣ ਨੇ ਮੈਨੂੰ ਇੱਕ ਲਾਟਰੀ ਬਾਰੇ ਦੱਸਿਆ, ਅਤੇ ਮੈਂ ਉਹ ਲਾਟਰੀ ਪਾ ਲਈ ਅਤੇ ਸੋਚਿਆ ਇਨਾਮ ਨਿਕਲੇਗਾ ਤਾਂ ਮੈਂ ਤੁਹਾਨੂੰ ਇੱਕ ਵਧੀਆ ਜਿਹਾ ਤੋਹਫ਼ਾ ਦੇਵਾਂਗੀ। ਮੈਂ ਆਪਣੇ ਪੇਕੇ ਵਾਲਿਆਂ ਨੂੰ ਸਮਝਾ ਦਿੱਤਾ ਸੀ ਕਿ ਜੇਕਰ ਕਦੇ ਇਹ ਗੱਲ ਸਾਹਮਣੇ ਆਵੇ ਤਾਂ ਤੁਸੀਂ ਕਹਿ ਦੇਣਾ, ਇਹ ਲਾਟਰੀ ਮੈਂ ਵਿਆਹ ਤੋਂ ਪਹਿਲਾਂ ਪਾਈ ਸੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਇਹ ਸਮਝੋ ਕਿ ਮੈਂ ਤੁਹਾਡੀ ਗਰੀਬੀ ਕਰਕੇ ਇਹ ਲਾਟਰੀ ਪਾਈ ਹੈ। ਮੈਨੂੰ ਲੱਗਿਆ ਕਿ ਸ਼ਾਇਦ ਤੁਹਾਨੂੰ ਬੁਰਾ ਲੱਗੇਗਾ। ਜਦੋਂ ਮੈਂ ਉਸ ਦਿਨ ਆਪਣੇ ਪੇਕੇ ਘਰ ਜਾ ਰਹੀ ਸੀ ਤਾਂ ਮੇਰੀ ਭੈਣ ਨੇ ਦੱਸਿਆ ਕਿ ਮੇਰੀ ਲਾਟਰੀ ਨਿਕਲ ਆਈ ਹੈ। ਮੈਂ ਬਹੁਤ ਖੁਸ਼ ਸੀ। ਮੈਂ ਪੇਕੇ ਗਈ ਤਾਂ ਸੋਚਿਆ ਆਪ ਹੀ ਲਾਟਰੀ ਦਾ ਕੂਪਨ ਕੋਡ ਪਾ ਕੇ ਪੈਸੇ ਕੱਢ ਲਵਾਂਗੀ, ਪਰ ਫਿਰ ਸੋਚਿਆ ਜਦੋਂ ਤੁਹਾਨੂੰ ਫੋਨ ਆਏਗਾ ਤਾਂ ਤੁਸੀਂ ਜ਼ਿਆਦਾ ਖੁਸ਼ ਹੋਵੋਗੇ। ਇਸ ਲਈ ਮੈਂ ਤੁਹਾਡਾ ਨੰਬਰ ਉੱਥੇ ਦੇ ਦਿੱਤਾ ਅਤੇ ਤੁਹਾਨੂੰ ਫੋਨ ਕਰਵਾਇਆ। ਮੈਂ ਉਸ ਦਿਨ ਤੁਹਾਨੂੰ ਕਿਹਾ ਸੀ ਨਾ ਕਿ ਵਾਪਸ ਆ ਕੇ ਸਰਪ੍ਰਾਈਜ਼ ਦੇਵਾਂਗੀ। ਮੇਰੇ ਕੋਲ ਇੱਕ ਲਾਟਰੀ ਵਾਲੀ ਖੁਸ਼ਖਬਰੀ ਸੀ ਅਤੇ ਦੂਜੀ ਇਹ ਕਿ ਮੈਂ ਮਾਂ ਬਣਨ ਵਾਲੀ ਸੀ, ਪਰ ਉਸ ਤੋਂ ਪਹਿਲਾਂ ਹੀ ਤੁਸੀਂ ਮੈਨੂੰ ਕਤਲ ਕਰਨਾ ਚਾਹਿਆ। ਮੈਂ ਜਦੋਂ ਤੁਹਾਨੂੰ ਜਾਨਵਰਾਂ ਦੀ ਤਰ੍ਹਾਂ ਮੈਨੂੰ ਮਾਰਦੇ ਹੋਏ ਦੇਖਿਆ ਤਾਂ ਮੈਂ ਆਪਣਾ ਸਾਹ ਰੋਕ ਕੇ ਡਰਾਮਾ ਕੀਤਾ ਕਿ ਮੈਂ ਮਰ ਚੁੱਕੀ ਹਾਂ, ਤਾਂ ਜੋ ਮੇਰੀ ਜਾਨ ਬਚ ਜਾਵੇ, ਅਤੇ ਤੁਸੀਂ ਮੈਨੂੰ ਮੁਰਦਾ ਸਮਝ ਕੇ ਸੁੱਟ ਦਿਓ ਅਤੇ ਚਲੇ ਜਾਓ, ਅਤੇ ਜਦੋਂ ਤੁਸੀਂ ਚਲੇ ਜਾਓਗੇ ਤਾਂ ਮੈਂ ਉੱਠ ਕੇ ਆਪਣੇ ਰਸਤੇ ਚਲੀ ਜਾਵਾਂਗੀ। ਜਦੋਂ ਤੁਸੀਂ ਮੈਨੂੰ ਮੁਰਦਾ ਸਮਝ ਕੇ ਚਲੇ ਗਏ ਤਾਂ ਮੈਂ ਉੱਠੀ ਅਤੇ ਆਪਣੇ ਜ਼ਖਮਾਂ ਨੂੰ ਚੈੱਕ ਕਰਕੇ ਘਰ ਤੋਂ ਨਿਕਲੀ ਅਤੇ ਆਪਣੇ ਪਾਪਾ ਨੂੰ ਫੋਨ ਕੀਤਾ। ਉਹ ਮੈਨੂੰ ਲੈਣ ਆਏ ਅਤੇ ਮੈਂ ਉਹਨਾਂ ਨਾਲ ਆਪਣੇ ਪੇਕੇ ਚਲੀ ਗਈ। ਉੱਥੇ ਜਾ ਕੇ ਮੈਂ ਆਪਣੀ ਮੱਲ੍ਹਮ ਪੱਟੀ ਕਰਵਾਈ। ਮੇਰੇ ਘਰ ਵਾਲੇ ਨੇ ਕਿਹਾ ਕਿ ਉਹ ਤੁਹਾਡੇ ਉੱਪਰ ਕੇਸ ਕਰਵਾਉਣਗੇ, ਪਰ ਇਸ ਤੋਂ ਪਹਿਲਾਂ ਉਹ ਅਜਿਹਾ ਕੋਈ ਕਦਮ ਚੁੱਕਦੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਮੇਰੇ ਹੋਣ ਵਾਲੇ ਬੱਚੇ ਦੇ ਬਾਪ ਹੋ। ਅਜਿਹਾ ਕੁਝ ਨਾ ਕਰਨ, ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋਵੇਗਾ। ਫਿਰ ਮੈਂ ਇੱਕ ਯੋਜਨਾ ਬਣਾਈ ਕਿ ਮੈਂ ਕਿਵੇਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕੀਤਾ। ਮੇਰੇ ਪੇਕੇ ਵਾਲਿਆਂ ਨੂੰ ਮੈਂ ਕਿੱਥੋਂ ਮਿਲੀ, ਫਿਰ ਉਹ ਮੈਨੂੰ ਲੈ ਕੇ ਤੁਹਾਡੇ ਕੋਲ ਆਏ ਅਤੇ ਮੈਨੂੰ ਤੁਹਾਡੇ ਹਵਾਲੇ ਕਰਕੇ ਇੱਥੋਂ ਚਲੇ ਗਏ। ਮੇਰੇ ਪਾਪਾ ਨੇ ਮੇਰਾ ਬਹੁਤ ਸਾਥ ਦਿੱਤਾ। ਮੇਰੀ ਘਰਵਾਲੀ ਨੇ ਜਦੋਂ ਸਾਰੀ ਕਹਾਣੀ ਖਤਮ ਕੀਤੀ ਤਾਂ ਮੈਨੂੰ ਅਤੇ ਮੇਰੇ ਘਰਵਾਲੇ ਨੂੰ ਬਹੁਤ ਹੈਰਾਨੀ ਹੋ ਰਹੀ ਸੀ ਕਿ ਇੰਨਾ ਕੁਝ ਹੋ ਜਾਣ ਦੇ ਬਾਅਦ ਵੀ ਇਹ ਔਰਤ ਵਾਪਸ ਕਿਵੇਂ ਆ ਸਕਦੀ ਹੈ, ਉਹ ਵੀ ਮੇਰੇ ਵਰਗੇ ਜਾਨਵਰ ਕੋਲ। ਫਿਰ ਮੈਨੂੰ ਸਮਝ ਆਈ ਕਿ ਮੈਂ ਆਪਣਾ ਭਰੋਸਾ ਖੋ ਚੁੱਕਾ ਹਾਂ। ਉਹ ਬਸ ਸਾਡੇ ਹੋਣ ਵਾਲੇ ਬੱਚੇ ਕਰਕੇ ਹੀ ਵਾਪਸ ਆਈ ਹੈ, ਅਤੇ ਇਹ ਅਜੂਬਾ ਹੀ ਸੀ ਕਿ ਮੈਂ ਉਸਨੂੰ ਇੰਨਾ ਮਾਰਿਆ। ਉਸਦੇ ਬਾਅਦ ਵੀ ਇਹ ਬੱਚਾ ਸਹੀ ਸਲਾਮਤ ਸੀ। ਮੈਂ ਆਪਣੀ ਘਰਵਾਲੀ ਦੇ ਪੈਰਾਂ ਵਿੱਚ ਗਿਰ ਗਿਆ ਅਤੇ ਉਸ ਤੋਂ ਸੱਚੇ ਦਿਲ ਤੋਂ ਮਾਫ਼ੀ ਮੰਗੀ ਅਤੇ ਉਸਨੂੰ ਕਿਹਾ, ਮੈਨੂੰ ਲਾਟਰੀ ਵਿੱਚੋਂ ਨਿਕਲਣ ਵਾਲੀ ਰਕਮ ਵੀ ਨਹੀਂ ਚਾਹੀਦੀ, ਅਤੇ ਉਹਨਾਂ ਪੈਸਿਆਂ ਨੂੰ ਗਰੀਬਾਂ ਵਿੱਚ ਵੰਡ ਦੇ, ਅਤੇ ਮਿਹਨਤ ਕਰਕੇ ਹੱਕ ਹਲਾਲ ਦੀ ਰੋਟੀ ਕਮਾਵਾਂਗਾ। ਉਸਦੇ ਬਾਅਦ ਮੇਰੀ ਘਰਵਾਲੀ ਨੇ ਉਹ ਪੈਸੇ ਗਰੀਬਾਂ ਵਿੱਚ ਵੰਡ ਦਿੱਤੇ ਅਤੇ ਮੈਂ ਆਪਣੇ ਲਾਲਚ ਤੋਂ ਤੌਬਾ ਕਰ ਲਈ, ਅਤੇ ਹੁਣ ਮੈਂ ਬਹੁਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਘਰਵਾਲੀ ਬਹੁਤ ਅਰਸੇ ਤੱਕ ਮੇਰੇ ਤੋਂ ਦੂਰ ਰਹੀ, ਪਰ ਜਦੋਂ ਰੱਬ ਨੇ ਸਾਨੂੰ ਇੱਕ ਪਿਆਰੀ ਜਿਹੀ ਧੀ ਦਿੱਤੀ ਤਾਂ ਮੇਰੀ ਘਰਵਾਲੀ ਦਾ ਦਿਲ ਵੀ ਨਰਮ ਹੋ ਗਿਆ, ਅਤੇ ਮੈਂ ਉਸਦਾ ਬਹੁਤ ਸ਼ੁਕਰਗੁਜ਼ਾਰ ਹਾਂ। ਉਸ ਤੋਂ ਬਾਅਦ ਮੇਰਾ ਪਿਆਰ ਉਸ ਲਈ ਹੋਰ ਵੀ ਜ਼ਿਆਦਾ ਵੱਧ ਗਿਆ।
ਅਤੇ ਉਸਦੇ ਪਿਆਰ ਨੇ ਸਾਡੀ ਦੁਨੀਆ ਹੀ ਬਦਲ ਦਿੱਤੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਇਜਾਜ਼ਤ, ਤਦ ਤੱਕ ਲਈ ਧੰਨਵਾਦ।